ਜੀ अस्सलाम वालेकुम सर। ਅੱਜ ਫਿਰ ਦਿਲ ਕੀਤਾ ਪੰਜਾਬੀ 'ਚ ਗੱਲ ਕਰਨ ਨੂੰ ਤੇ ਦੋ ਚਾਰ ਗੱਲਾਂ ਬੜੀਆਂ ਜ਼ਰੂਰੀ ਜਿਹੜੀਆਂ ਕਿ ਪਹਿਲੀ ਗੱਲ ਤੇ ਬਰਿਸਟਰ ਗੋਹਰ ਸਾਹਿਬ ਦੀ ਸਮਝ ਨਹੀਂ ਆ ਰਹੀ ਕਿ ਸਰ ਕੀ ਬੰਦਾ ਹੈ ਤੇ ਕਿੱਥੋਂ ਲੈ ਕੇ ਆਏ ਅਸੀਂ ਕਿਹਨਾਂ ਦੇ ਵੱਸ ਪੈ ਗਏ ਆ ਜਿਹੜੇ ਅਦਾਲਤਾਂ ਜਾ ਕੇ ਕੇਸ ਲੜਦੇ ਨੇ ਕੇਸ ਜਿੱਤਦੇ ਨੇ ਬੜੇ ਵੱਡੇ ਵਕੀਲ ਨੇ ਗੱਲਾਂ ਦੇ ਗੱਲ ਨੇ ਬੜੀਆਂ ਵੱਡੀਆਂ ਗੱਲਾਂ ਕਰਦੇ ਨੇ ਤੇ ਉਹਨਾਂ ਫਰਮਾਇਆ ਜੀ ਕਿ ਸਟੈਬਲਿਸ਼ਮੈਂਟ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਜਿਹੜੀ ਫਾਇਰਿੰਗ ਹੋਈ ਹੈ ਜਿਹੜੇ ਬੰਦੇ ਮਰੇ ਚ ਸਟੈਬਲਿਸ਼ਮੈਂਟ ਦਾ ਕੋਈ ਕਸੂਰ ਨਹੀਂ ਹੈ। ਹੈਰਤ ਅੰਗੇਜ਼ ਗੱਲ ਹੈ ਸਰ, ਹੈਰਤ ਅੰਗੇਜ਼ ਗੱਲ ਹੈ। ਯਾਨੀ ਚੀਫ ਆਫ ਆਰਮੀ ਸਟਾਫ ਆਸਮ ਮੁਨੀਰ ਸਾਹਿਬ ਫਰਮਾ ਰਹੇ ਸਨ ਜਨਾਜ਼ਿਆਂ ਤੇ ਜਿਹੜੇ ਗੱਡੀ ਥੱਲੇ ਆ ਕੇ ਰੇਂਜਰ ਦੇ ਬੰਦੇ ਮਰੇ ਉਹਨਾਂ ਦੇ ਜਨਾਜ਼ੇ ਫਰਮਾ ਰਹੇ ਸਨ। ਸੁਣਨ ਚ ਆਇਆ ਉਹਨਾਂ ਨੇ ਫਰਮਾਇਆ ਕਿ ਛੇਤੀ ਕੰਮ ਮੁਕਾ ਦਿਓ। ਉਹਨਾਂ ਨੂੰ ਕਿਹਾ ਗਿਆ ਜੀ ਕਿ ਬੰਦੇ ਥੱਲੇ ਦੇ ਦਿੱਤੇ ਇਹਨਾਂ ਨੇ। ਉਹਨਾਂ ਨੇ ਕਿਹਾ ਜੀ ਕੰਮ ਮੁਕਾ ਦਿਓ, ਫਟਾਫਟ ਕੰਮ ਮੁਕਾ ਦਿਓ। ਔਰ ਉਸ ਤੋਂ ਪਹਿਲੇ ਵੀ ਜਿਹੜੀਆਂ ਚੀਜ਼ਾਂ ਸਨ ਉਹ ਦੱਸ ਰਹੀਆਂ ਸਨ, ਇਸ ਪਾਸੇ ਇਸ਼ਾਰੇ ਹੋ ਰਹੇ ਸਨ ਕਿ ਵੀ ਇਹ ਹੁਣ ਜਿਹੜਾ ਇਹਨਾਂ ਨੇ ਕੁਛ ਕਰਨਾ। ਲੇਕਿਨ ਅਸੀਂ ਕੋਈ ਧਿਆਨ ਨਹੀਂ ਕੀਤਾ, ਖਾਬ 'ਚ ਵੀ ਨਹੀਂ ਸੀ ਹੈਗਾ ਸਾਡੇ ਕਿ ਲੋਕਾਂ ਦੇ ਪਾਕਿਸਤਾਨੀ ਦੇ ਖਾਬ 'ਚ ਵੀ ਨਹੀਂ ਸੀ ਕਿ ਸਾਡੀ ਫੌਜ ਸਾਡੇ ਤੇ ਗੋਲੀ ਚਲਾ ਦੇਗੀ। ਫਿਰ ਐਸਟੈਬਲਿਸ਼ਮੈਂਟ ਦੀ ਜਿਹੜੀ ਗੱਲ ਕਰ ਰਹੇ ਉਹਦੇ ਤੇ ਵਜ਼ੀਰ ਆਜ਼ਮ ਸਾਹਿਬ ਨੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਇਹ ਸਟੈਂਪ ਲਾਤੀ, ਮੋਹਰ ਲਾਤੀ ਕਿ ਵੀ ਇਹ ਜਿਹੜਾ ਕੰਮ ਹੈ ਨਾ ਇਹ ਕੀਤਾ ਐਸਟੈਬਲਿਸ਼ਮੈਂਟ ਨੇ, ਇਹ ਕੀਤਾ ਆਸਮ ਮੁਨੀਰ ਸਾਹਿਬ ਨੇ। ਆਸਮ ਮੁਨੀਰ ਸਾਹਿਬ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ। ਇਹ ਕਰਾਊਡ ਖੱਬੇ ਸੱਜੇ ਕੀਤਾ ਲੋਕਾਂ ਨੂੰ, ਜਿਹੜਾ ਲੋਕੀ ਆ ਕੇ ਇhtਜਾਜ ਕਰਨ ਵਾਲੇ ਇਹਨਾਂ ਨੂੰ ਅਸੀਂ ਖੱਬੇ ਸੱਜੇ ਕੀਤਾ। ਉਹਦੇ ਉੱਤੇ ਮੋਹਰ ਲਾਉਣ ਦੇ ਉਹਨੂੰ ਦੱਸਣ ਦੇ ਨੇ ਵੀ ਉਹ ਸ਼ਹਬਾਜ਼ ਸ਼ਰੀਫ ਗਲਤ ਕਹਿੰਦਾ ਪਿਆ, ਉਹਦਾ ਕੋਈ ਕਸੂਰ ਨਹੀਂ ਹੈਗਾ, ਆਸਮ ਮੁਨੀਰ ਦਾ ਸਾਡੇ ਆਪਣੇ ਕਹਿਣ ਡੇ ਨੇ। ਐਸਾ ਸ਼ਖਸ ਆ ਖਾਨ ਸਾਹਿਬ ਦੀ ਜਿਹੜੀ ਵੀ ਉਹਨਾਂ ਨੇ ਬੰਦੇ ਲਾਏ, ਮੈਂ ਉਹਨਾਂ ਦੇ ਨਾਲ ਹੀ ਹੁੰਦਾ ਹਮੇਸ਼ਾ ਹੀ, ਕਿਉਂਕਿ ਮੈਨੂੰ ਨਹੀਂ ਲੱਗਦਾ ਖਾਨ ਸਾਹਿਬ ਕਿਤੇ ਗਲਤ ਫੈਸਲਾ ਕੀਤਾ, ਮੈਨੂੰ ਲੱਗਦਾ ਇਹ ਵੀ ਗਲਤ ਫੈਸਲਾ ਕੀਤਾ। ਲੇਕਿਨ ਮੁਸੀਬਤ ਇਹ ਹੈ ਕਿ ਬੰਦਾ ਬਹੁਤ ਡਰਪੋਕ ਆ, ਡਰਿਆ ਸਹਿਮਿਆ ਬੰਦਾ। ਮੈਂ ਇਹ ਵੀ ਸਮਝਣ ਨੂੰ ਤਿਆਰ ਹਾਂ ਹਰ ਬੰਦੇ ਦੀ ਆਪਣੀ ਪੋਜੀਸ਼ਨ ਆ। ਮੈਂ ਇਹ ਵੀ ਸਮਝਣ ਨੂੰ ਤਿਆਰ ਹਾਂ ਕਿ ਕੋਈ ਹਾਲਾਤ ਉੱਥੇ ਬਹੁਤ ਖਰਾਬ ਨੇ, ਲੇਕਿਨ ਬਾਹਰ ਖਲੋ ਕੇ ਕਹਿ ਦੇਣਾ ਕਿ ਐਸਟੈਬਲਿਸ਼ਮੈਂਟ ਦੇ ਵਿੱਚ ਨਹੀਂ ਹੈ, ਇਹ ਹਾਲਾਤ ਖਰਾਬ ਨਹੀਂ, ਦਿਮਾਗ ਖਰਾਬ ਆ। ਇਹ ਤੁਹਾਡਾ ਦਿਮਾਗ ਖਰਾਬ ਆ, ਤੁਹਾਡੀ ਜ਼ਿਹਨੀ ਹਾਲਤ ਖਰਾਬ ਆ, ਤੁਸੀਂ ਕੁਰਸੀਆਂ ਛੱਡ ਦਿਓ। ਪਾਕਿਸਤਾਨ ਤਹਿਰੀਕ ਇਨਸਾਫ ਦੇ ਅੰਦਰ ਜਿਹੜਾ ਨਾ ਬਾਹਰ ਤੇ ਅੰਦਰ ਦੇ ਬਾਹਰ ਇਹੋ ਜਿਹੇ ਬੰਦੇ ਬੈਠੇ ਨੇ ਜਿਨ੍ਹਾਂ ਦੇ ਡਰ ਔਰ ਖੌਫ ਨਾਲ ਬੁਰਾ ਹਾਲ ਆ। ਇਸ ਲਈ ਉਹਨਾਂ ਨੂੰ ਚਾਹੀਦਾ ਕਿ ਇਹ ਛੱਡ ਦੇਣ ਆਪਣੀ ਕੁਰਸੀਆਂ। ਦੂਸਰੀ ਸਾਲ ਇੱਕ ਗੱਲ ਕੀਤੀ ਹੈ ਮਤੀਉੱਲਾ ਜਾਨ ਨੇ ਫੜਿਆ ਗਿਆ। ਉਹਨੇ ਕਿਹਾ ਜੀ ਹਵਾਲਾਤ 'ਚ ਰਹਿ ਕੇ ਮੈਨੂੰ ਸਭ ਤੋਂ ਵੱਡਾ ਅਹਿਸਾਸ ਇਹ ਹੋਇਆ ਕਿ ਆਵਾਮ ਦਾ ਘਰ ਕੋਈ ਨਹੀਂ, ਲੋਕਾਂ ਦਾ ਘਰ ਕੋਈ ਨਹੀਂ ਹੈਗਾ ਆਵਾਮ ਦੇ ਕੋਲ। ਕਹਿੰਦਾ ਜਨਾਹ ਹਾਊਸ ਆ ਲਾਹੌਰ ਵਾਲਾ, ਜਿੱਥੇ ਨਾ ਜਨਾਹ ਰਹਿ ਸਕਿਆ ਤੇ ਨਾ ਆਵਾਮ ਰਹਿ ਸਕਦੀ ਹੈ। ਇਸ ਤੋਂ ਜ਼ਿਆਦਾ ਹੁਣ ਸਾਡੇ ਹਾਲਾਤ ਕੀ ਖਰਾਬ ਹੋਣਗੇ ਕਿ ਸਾਫੀ ਵੀ ਕਹਿਣ ਲੱਗ ਪਏ ਨੇ ਕਿ ਭਾਜੀ ਨੇ ਸਾਡਾ ਨਹੀਂ ਹੈ ਪਾਕਿਸਤਾਨ ਸਾਡਾ ਨਹੀਂ ਹੈ। ਸਾਡਾ ਹੁੰਦਾ ਤਾਂ ਸਾਡੇ ਨਾਲ ਕੁੱਤੇ ਵਾਲੀ ਨਾ ਹੁੰਦੀ, ਸਾਡਾ ਹੁੰਦਾ ਸਾਡੇ ਨਾਲ ਜਬਰ ਜ਼ੁਲਮ ਨਾ ਹੁੰਦਾ, ਸਾਡਾ ਹੁੰਦਾ ਤੇ ਅਸੀਂ ਕਿਤੇ ਖਲੋਤੇ ਹੁੰਦੇ। ਇਹ ਪਾਕਿਸਤਾਨ ਸਾਡਾ ਨਹੀਂ ਹੈ। ਇੱਕ ਇhtਜਾਜ ਕਰਨ ਦਾ ਹੱਕ ਸੀ, ਉਹ ਵੀ ਇਹਨਾਂ ਨੇ ਖੋਲਿਆ, ਉਹ ਵੀ ਇਹਨਾਂ ਨੇ ਕੰਮੇ ਲਾਤਾ, ਇੱਕ ਪਾਸੇ ਲਾਤਾ। ਜਦੋਂ ਮਤੀਉੱਲਾ ਜਾਨ ਵਰਗਾ ਸਾਫੀ ਇਹ ਗੱਲ ਕਰਨ ਲੱਗ ਜੇ ਜਿਹੜਾ ਕਿ ਹਰ ਹਕੂਮਤ ਦੇ ਪਿੱਛੇ ਪਿਆ ਰਹਿੰਦਾ, ਤਨਕੀਦ ਕਰਦਾ, ਉਹਦੇ ਵਿੱਚ ਉਦੋਂ ਮਨ ਹੁੰਦਾ ਕਿ ਜਿਹੜੀਆਂ ਪੁੱਠੀਆਂ ਚੀਜ਼ਾਂ ਕੱਢ ਕੇ, ਮੈਂ ਕੋਈ ਹਾਮੀ ਨਹੀਂ ਹੈਗਾ ਇਹਨਾਂ ਦਾ ਮਤੀਉੱਲਾ ਸਾਹਿਬ ਦਾ, ਲੇਕਿਨ ਮੈਂ ਸਮਝਦਾ ਕਿ ਜੋ ਵੀ ਉਹਨੇ ਗੱਲ ਕੀਤੀ, ਉਹਨੇ ਹਵਾਲਾਤ ਰਹਿਣ ਤੋਂ ਬਾਅਦ ਗੱਲ ਕੀਤੀ, ਉਹ ਕਿਸੇ ਨਤੀਜੇ ਤੇ ਪਹੁੰਚਿਆ। ਔਰ ਉਹਦੇ ਮੁਕਾਬਲੇ ਤੇ ਦੂਜੇ ਪਾਸੇ ਅਬਸਾਰ ਆਲਮ ਵਰਗੇ ਬੰਦੇ ਬੈਠੇ ਆ, ਉਹ ਆਪਣੀਆਂ ਕਹਾਣੀਆਂ ਸੁਣਾ ਰਹੇ ਆ। ਉਹ ਕਹਿੰਦੇ ਜੀ ਗੋਲੀ ਚੱਲੀ ਕੋਈ ਨਹੀਂ। ਫਿਰ ਇੱਕ ਹੋਰ ਸਾਫੀ ਉਹ ਕਹਿੰਦੇ ਜੀ ਆਸਮ ਮੁਨੀਰ ਸਾਹਿਬ ਫਰਮਾਉਂਦੇ ਨੇ ਕਿ ਜੀ ਮੇਰੀ ਆਵਾਮ 'ਚ ਮਕਬੂਲੀਅਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਉਹਦੇ ਖਿਲਾਫ ਗੱਲਾਂ ਵੀ ਕਰ ਲੋਗੇ ਤੇ ਲੋਕੀ ਮੇਰੇ ਨਾਲ ਹੀ ਪਿਆਰ ਕਰਦੇ, ਮੇਰੀ ਬੱਲੇ ਬੱਲੇ ਹੋਣ ਡਈ ਹੈ। ਇਹ ਆਸਮ ਮੁਨੀਰ ਨੂੰ ਗਲਤਫਹਿਮੀ ਆ। ਆਸਮ ਮੁਨੀਰ ਨੂੰ ਗਲਤਫਹਿਮੀ ਪੈਦਾ ਕਰਨ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ, ਆਸਮ ਮੁਨੀਰ ਦਾ ਆਪਣਾ ਦਿਮਾਗ ਖਰਾਬ ਹੈ ਹੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਜਿਹੜਾ ਅਦਾ ਕੀਤਾ ਨਾ ਉਹ ਕੀਤਾ ਸ਼ਹਬਾਜ਼ ਸ਼ਰੀਫ ਨੇ। ਗੱਡੀ 'ਚ ਬਹਿ ਕੇ ਮੁਲਾਕਾਤਾਂ, ਕਿ ਜਿੱਥੇ ਖਿਲਾਰਨਾ ਉੱਥੇ ਖਲੋ ਜਾਣਾ, ਘੰਟਾ 2 ਘੰਟੇ ਆਰਮੀ ਚੀਫ ਦਫ਼ਤਰ ਦੇ ਬਾਹਰ ਬੈਠ ਰਹਿਣਾ। ਇਹਨਾਂ ਚੀਜ਼ਾਂ ਨੂੰ ਦੱਸਿਆ ਕਿ ਵੀ ਤੂੰ ਬੜਾ ਤਗੜਾ ਹੈ। ਫਿਰ ਜ਼ਰਦਾਰੀ ਸਾਹਿਬ ਵਰਗੇ ਬੰਦੇ ਨੇ ਉਹਨੂੰ ਸ਼ੀਸ਼ੀ ਦੇ ਦਿਓ ਤੇ ਅੰਦਰ ਬਿਠਾ ਦਿਓ ਤੇ ਉਹ ਬੈਠਾ ਆਪਣਾ, ਉਹਨੂੰ ਸਦਰ ਦੇ ਕੁਰਸੀ ਤੇ ਬਿਠਾਤਾ, ਉਹ ਬੈਠਾ ਬੱਲੇ ਬੱਲੇ ਕਰੀ ਜਾਏ। ਇਹਨਾਂ ਲੋਕਾਂ ਨੇ ਆਸਮ ਮੁਨੀਰ ਨੂੰ ਦਿਮਾਗ 'ਚ ਪਾ ਦਿੱਤਾ ਕਿ ਤੂੰ ਬੜਾ ਤਗੜਾ ਹੈ, ਤੂੰ ਰੱਬ ਹੈ, ਤੂੰ ਫਰਾਊਨ ਹੈ। ਉਹਦੇ ਅੰਦਰ ਇਹ ਚੀਜ਼ਾਂ ਪੈਦਾ ਕਰਤੀਆਂ। ਹੁਣ ਉਹ ਕਹਿੰਦਾ ਜੀ ਕਿ ਮੈਂ ਆਵਾਮ 'ਚ ਬੜਾ ਮਕਬੂਲ ਹਾਂ ਤੇ ਕੋਈ ਮੈਨੂੰ ਆਵਾਮ ਤੋਂ ਦੂਰ ਨਹੀਂ ਕਰ ਸਕਦਾ। ਆਸਮ ਮੁਨੀਰ ਸਾਹਿਬ ਫਰਮਾਉਂਦੇ ਪਏ ਨੇ। ਜਦੋਂ ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਜਾਣ ਤੇ ਫਿਰ ਰੱਬ ਹੀ ਵਾਰਸ ਹੈ ਇਸ ਮੁਲਕ ਦਾ। ਅੱਛਾ ਜੀ, ਜਿਹੜੀ ਬਹੁਤੀ ਗੱਲੋਂ ਮੈਂ ਪੰਜਾਬੀ ਦੇ ਵਿੱਚ ਜਿਹੜਾ ਮੈਂ ਬੋਲਣਾ ਸ਼ੁਰੂ ਕੀਤਾ, ਉਹਦੀ ਰੀਜ਼ਨ ਕੀ ਬਣੀ, ਉਹਦੀ ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਕਿ ਮੈਂ ਪੰਜਾਬੀਆਂ ਨਾਲ ਗੱਲ ਕਰਨਾ ਚਾਹ ਰਿਹਾ। ਮੈਂ ਆਪ ਪੰਜਾਬੀਆਂ, ਮੇਰਾ ਮੁਤਾਲਕ ਪੰਜਾਬ ਨਾਲ ਹੈ। ਮੈਂ ਕਿਸੇ ਨੂੰ ਕੀ ਕਹਿਣਾ, ਲੇਕਿਨ ਪੰਜਾਬੀਆਂ ਨੂੰ ਮੈਂ ਸਮਝਦਾ ਕਿ ਪੰਜਾਬੀ ਸਭ ਤੋਂ ਜ਼ਿਆਦਾ ਗੈਰਤਮੰਦ ਕੌਮ ਹੈ।
ਤੁਸੀਂ ਦੇਖ ਲਓ ਕਿ ਪਠਾਣਾ ਤੋਂ ਵੀ ਅੱਗੇ ਦੀ ਗੈਰਤਮੰਦ ਕੌਮ ਹੈ। ਇਹ ਇਤਨੇ ਗੈਰਤਮੰਦ ਨੇ ਕਿ ਇਹਨਾਂ ਕੋਲੋਂ ਕੋਈ ਚਾਚਾ ਮਾਮਾ ਤਾਇਆ ਕਦੀ ਬਰਦਾਸ਼ਤ ਨਹੀਂ ਹੁੰਦਾ। ਇਹਨਾਂ ਦਾ ਗੈਰਤ, ਇਹਨਾਂ ਦਾ ਨੱਕ ਸਭ ਤੋਂ ਉੱਤੇ ਹੈ। ਇਹਨਾਂ ਦੀ ਗੈਰਤ ਔਰ ਇਹਨਾਂ ਦਾ ਨੱਕ ਸਭ ਤੋਂ ਉੱਤੇ ਹੈ। ਉਸ ਤੋਂ ਬਾਅਦ ਬਾਕੀ ਕੌਮਾਂ ਆਉਣਗੀਆਂ, ਉਸ ਤੋਂ ਬਾਅਦ ਬਲੋਚੀ ਆਉਣਗੇ, ਸਿੰਧੀ ਆਉਣਗੇ, ਪਠਾਨ ਆਉਣਗੇ, ਫਿਰ ਬਾਕੀ ਦੀ ਗੈਰਤ ਆਏਗੀ। ਮੈਂ ਸਾਬਤ ਕਰ ਸਕਣਾ ਇਹਨਾਂ ਦੀ। ਸਰ, ਤੁਹਾਨੂੰ ਆਪਣੀ ਧੀ ਸਭ ਤੋਂ ਪਿਆਰੀ ਹੁੰਦੀ ਹੈ, ਤੁਹਾਨੂੰ ਆਪਣੀ ਔਲਾਦ ਸਭ ਤੋਂ ਪਿਆਰੀ ਹੁੰਦੀ ਹੈ, ਲੇਕਿਨ ਇੱਥੇ ਗੈਰਤ ਦੇ ਵਿੱਚ ਗੈਰਤਮੰਦ ਪਾਕਿਸਤਾਨੀ ਹੈ ਧੀ ਨੂੰ ਕਤਲ ਕਰ ਦਿੰਦੇ ਆ, ਕਿਉਂਕਿ ਧੀ ਨੂੰ ਕੋਈ ਹੋਰ ਮੁੰਡਾ ਪਸੰਦ ਆ ਗਿਆ ਸੀ, ਇਸ ਲਈ ਉਹਨੂੰ ਕਤਲ ਕਰ ਦਿੰਦੇ, ਮਾਰ ਦਿੰਦੇ ਆ। ਜਾਨ ਤੋਂ ਮਾਰ ਦੇਣਾ ਕਿਸੇ ਆਪਣੇ ਬੱਚੇ ਨੂੰ, ਆਪਣੇ ਕਿਸੇ ਬਾਲ ਨੂੰ ਜਾਨ ਤੋਂ ਮਾਰ ਦੇਣਾ ਕੋਈ ਸੌਖਾ ਕੰਮ ਤੇ ਨਹੀਂ। ਮੁਹੱਬਤ ਦੀ ਇੰਤਹਾ ਹੈ। ਇੱਕ ਔਲਾਦ ਦੇ ਨਾਲ ਜਿਹਨੂੰ ਪਾਲ ਕੇ ਤੁਸੀਂ ਵੱਡਿਆਂ ਕੀਤਾ ਹੁੰਦਾ, ਉਹਦੇ ਨਾਲ ਤੁਸੀਂ ਪਿਆਰ ਕਿ ਮੁਹੱਬਤ ਕਰਦੇ ਹੋ, ਉਹਨੂੰ ਆਪਣੇ ਹੱਥੀ ਮਾਰ ਦੇਣ ਵਾਲਾ ਬੰਦਾ ਗੈਰਤ ਦੀ ਵਜ੍ਹਾ ਨਾਲ, ਉਸ ਤੋਂ ਵੱਡਾ ਗੈਰਤਮੰਦ ਕਿਹੜਾ ਹੋਏਗਾ ਦੱਸੋ ਮੈਨੂੰ? ਉਸ ਤੋਂ ਵੱਡੀ ਕੋਈ ਗੈਰਤਮੰਦ ਸ਼ੈ ਹੈ? ਕੋਈ ਬੰਦਾ ਹੋ ਸਕਦਾ ਉਸ ਤੋਂ ਵੱਡਾ ਗੈਰਤਮੰਦ? ਪੰਜਾਬੀ ਏਡਾ ਗੈਰਤਮੰਦ ਹੈ, ਆਪਣੀ ਧੀ ਮਾਰ ਦੇਗਾ, ਆਪਣਾ ਬੱਚਾ ਮਾਰ ਦੇਗਾ, ਜੇ ਕੋਈ ਉਹਦੇ ਨਾਲ ਉੱਚੀ ਬੋਲੇ ਤੇ ਉਹਦੇ ਜਿਹੇ ਸੋਟਾ ਮਾਰ ਦੇਗਾ, ਉਹਨੂੰ ਕਤਲ ਕਰ ਦੇਗਾ। ਤੁਸੀਂ ਜੇਲ੍ਹਾਂ ਭਰੀਆਂ ਪੰਜਾਬ ਦੀਆਂ ਗੈਰਤਾਂ ਦੇ ਨਾਲ, ਇੰਨੇ ਗੈਰਤਮੰਦ ਆ। ਲੇਕਿਨ ਉਹਨਾਂ ਨੂੰ ਅਗਰ ਗੈਰਤ ਨਹੀਂ ਆਉਂਦੀ ਤੇ ਉਹਨੂੰ ਇਸ ਗੱਲ ਤੇ ਨਹੀਂ ਆਉਂਦੀ ਕਿ ਪਾਕਿਸਤਾਨ ਦੇ ਹਾਲਾਤ ਕੀ ਬਣੇ, ਉਹਨੂੰ ਉਹਦੇ ਨਾਲ ਕੋਈ ਗਰਜ਼ ਨਹੀਂ ਹੈਗੀ। ਮੇਰੀ ਹੁਣ ਇਸ ਗੱਲਬਾਤ ਕਰਨ ਦਾ ਮਤਲਬ ਇਹ ਹੈ ਕਿ ਭਾਜਨ ਤੁਹਾਡੇ 'ਚ ਇੰਨੀ ਗੈਰਤ ਹੈ, ਤੁਹਾਡੇ 'ਚ ਇੰਨੀ ਗੈਰਤ ਹੈ ਕਿ ਆਪਣੇ ਬੱਚੇ ਤੱਕ ਮਾਰ ਦਿੰਦੇ ਤੁਸੀਂ ਨੱਕ ਤੁਹਾਡਾ ਇੰਨਾ ਉੱਚਾ ਹੈ ਕਿ ਤੁਹਾਨੂੰ ਆਲੂ ਨਾਲ ਗਲੱਬੇ ਫੌਤਗੀ ਦੇ, ਸੌਰੀ ਬੋਟੀ ਨਾਲ ਗਲੱਬੇ ਫੌਤਗੀ ਦੇ ਤੇ ਤੁਸੀਂ ਰੁੱਸ ਜਾਂਦੇ ਜੇ। ਪੂਰੇ ਦਾ ਪੂਰਾ ਖਾਨਦਾਨ ਅੱਗੇ ਲਾ ਲੈਂਦੇ ਆ। ਮੀਟਿੰਗਾਂ ਨਹੀਂ ਮੁੱਕਦੀਆਂ ਇਹਨਾਂ ਦੀਆਂ ਪੰਜਾਬੀਆਂ ਦੀਆਂ। ਮਸੀਤਾਂ ਚਲੇ ਜਾਓ, ਉੱਥੇ ਗੈਰਤਮੰਦ ਇਹਨੇ ਨੇ ਨਿੱਕੀ ਗੱਲ ਦੇ ਉੱਤੇ ਕਿ ਧੁਨੀ ਤੋਂ ਉੱਤੇ ਹੱਥ ਕਿਉਂ ਬੰਨ੍ਹਿਆ ਸੀ, ਧੁਨੀ ਦੇ ਥੱਲੇ ਹੱਥ ਕਿਉਂ ਬੰਨ੍ਹਿਆ ਸੀ। ਸਰ, ਇੰਨੀ ਗੱਲ ਦੇ ਉੱਤੇ ਗੈਰਤ ਖਾ ਜਾਂਦੇ ਆ। ਇੰਨੀ ਗੱਲ ਤੇ ਗੈਰਤ ਖਾਣ ਵਾਲੇ ਬੰਦੇ ਜਿਹੜੇ ਨੇ ਉਹ ਘਰਾਂ 'ਚ ਬੈਠੇ ਨੇ। ਹਰ ਗੱਲ ਜੀ ਓਵਰਸੀਜ਼ ਪਾਕਿਸਤਾਨੀ ਜਿਹੜਾ ਬੜਾ ਬਿਹਤਰੀਨ ਆ, ਬੜਾ ਕੰਮ ਕਰਦਾ, ਬੜਾ ਜ਼ੋਰੋ ਸ਼ੋਰ ਨਾਲ ਕੰਮ ਕਰ ਰਿਹਾ ਓਵਰਸੀਜ਼ ਪਾਕਿਸਤਾਨੀ, ਤੁਹਾਨੂੰ ਸਲਾਮ ਆ। ਮੈਂ ਸਰ ਓਵਰਸੀਜ਼ ਪਾਕਿਸਤਾਨੀ ਗੈਰਤਮੰਦ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਓਵਰਸੀਜ਼ ਪਾਕਿਸਤਾਨੀ ਕਰ ਕੀ ਰਹੇ ਆ। ਸਰ, ਜਦੋਂ ਇੱਕ ਪਾਕਿਸਤਾਨੀ ਆਪਣੀ ਦਿਹਾੜੀ ਭੰਨ ਕੇ ਭਾਵੇਂ ਬਿਜ਼ਨਸ ਕਰਦਾ, ਭਾਵੇਂ ਉਹ ਰਿਕਸ਼ਾ ਚਲਾਉਂਦਾ, ਭਾਵੇਂ ਟੈਕਸੀ ਚਲਾਉਂਦਾ ਪਿਆ, ਭਾਵੇਂ ਉਹ ਕਿਤੇ ਬਰਗਰ ਕਿੰਗ ਤੇ ਕੰਮ ਕਰਦਾ ਜਾਂ ਕਿਸੇ ਜਗ੍ਹਾ ਤੇ ਕੰਮ, ਇੱਕ ਪਾਕਿਸਤਾਨੀ ਜਦੋਂ ਆਪਣਾ ਕੰਮ ਛੱਡ ਕੇ ਬਾਹਰ ਨਿਕਲਦਾ, ਕਮ ਅਜ਼ ਕਮ 100 ਤੋਂ ਲੈ ਕੇ 200 ਤੱਕ ਦੀ ਦਿਹਾੜੀ ਪਾਉਂਦਾ। ਅਸੀਂ ਘਟਾ ਦਿੰਦੇ 100 ਕਰ ਦਿੰਦੇ, 100 ਪਾਉਂਡ ਦੀ ਦਿਹਾੜੀ ਪਾਉਂਦਾ, $100 ਦੀ ਦਿਹਾੜੀ ਭੰਨ ਕੇ ਜਾਂਦਾ ਉਹ। ਇਹ ਹਕੀਕਤ ਹੈ। ਉਸ ਤੋਂ ਬਾਅਦ ਉਹ ਬੰਦਾ ਜਿਹੜਾ ਫਿਰ ਟਰੈਵਲਿੰਗ ਦੇ ਵਿੱਚ ਪੈਸੇ ਲੱਗਦੇ, ਬੱਸਾਂ ਤੇ ਜਾਂਦਾ, ਗੱਡੀਆਂ ਤੇ ਜਾਂਦਾ, ਪੈਟਰੋਲ ਲੱਗਦਾ, ਸਾਰਾ ਕੁਝ ਕਰਾ ਕੇ ਜਦੋਂ ਜਾ ਕੇ ਉੱਥੇ ਪਹੁੰਚਦਾ, ਉੱਥੇ ਜਾ ਕੇ ਫਿਰ ਇhtਜਾਜ ਕਰਦਾ। ਤੁਸੀਂ ਦੇਖਿਆ ਬਰਸਲ ਦੇ ਵਿੱਚ, ਦੇਖਿਆ ਤੁਸੀਂ ਸਪੇਨ, ਫਰਾਂਸ, ਇੰਗਲੈਂਡ, ਬਲਕਿ ਹੁਣ ਤੇ ਹਾਲੈਂਡ 'ਚ ਵੀ ਤੇ ਛੋਟੇ ਮੁਲਕਾਂ 'ਚ ਵੀ ਲੋਕੀ ਨਿਕਲਣੇ ਸ਼ੁਰੂ ਹੋ ਗਏ ਜਿੱਥੇ ਕਦੇ ਨਾਂ ਨਹੀਂ ਸੁਣੇ। ਇੱਥੇ ਵੀ ਕੋਈ ਇhtਜਾਜ ਹੁੰਦਾ ਜੀ, ਲੋਕੀ ਨਿਕਲਦੇ। ਕਾਹਦੇ ਵਾਸਤੇ ਨਿਕਲਦੇ ਆ? ਇਹਨਾਂ ਕੋਲ ਹਰਾਮ ਦਾ ਪੈਸਾ, ਇਹ ਵਿਹਲੇ ਨੇ, ਇਹਨਾਂ ਨੂੰ ਹੋਰ ਕੋਈ ਕੰਮ ਨਹੀਂ, ਇਹਨਾਂ ਨੂੰ ਸ਼ੁਗਲ ਲੱਭਾ ਹੈ। ਰੋਜ਼ ਦਿਹਾੜੀ ਹਰ ਵੀਕਐਂਡ ਦੇ ਇhtਜਾਜ ਕਰਨ ਦੇ, ਕਾਹਦੇ ਵਾਸਤੇ ਕਰਨ ਦੇ ਨੇ? ਸਰ, ਤੁਹਾਡੇ ਵਾਸਤੇ ਕਰਨ ਦੇ ਨੇ, ਇਹਨਾਂ ਪੰਜਾਬੀਆਂ ਪਾਕਿਸਤਾਨੀਆਂ ਵਾਸਤੇ ਕਰਨ ਦੇ ਨੇ। ਉਹ ਇਹ ਚਾਹੁੰਦੇ ਨੇ ਕਿ ਜਿਹੜੀ ਜ਼ਿੰਦਗੀ ਅਸੀਂ ਇੱਥੇ ਗੁਜ਼ਾਰਦੇ ਪਏ ਆ ਉੱਥੇ ਗੁਜ਼ਾਰੋ। ਤੁਸੀਂ ਇੱਕ ਦਿਨ ਨਹੀਂ ਭੰਨ ਸਕਦੇ ਆਪਣਾ, ਤੁਸੀਂ 4 ਦਿਹਾੜੀਆਂ 'ਚ ਆਪਣੀ ਹਕੂਮਤ ਪਾਕਿਸਤਾਨ ਬੰਦ ਨਹੀਂ ਕਰ ਸਕਦੇ। ਤੁਹਾਨੂੰ ਪੈਸੇ ਪਾਕਿਸਤਾਨ ਨੂੰ ਬਾਹਰੋਂ ਚਾਹੀਦੇ ਆ। ਇੱਥੋਂ ਜਦੋਂ ਜਾਈਦਾ, ਜਦੋਂ ਕੋਈ ਪਾਕਿਸਤਾਨੀ ਜਾਂਦਾ, ਉਹਦੀ ਘੜੀ ਵੇਖ ਕੇ ਚਾਚਾ ਘੜੀ ਮੈਨੂੰ ਦੇ ਦੀ, ਮਾਮਾ ਸ਼ਰਟ ਮੈਨੂੰ ਦੇ ਦੀ। ਜੇ ਕੁਛ ਨਹੀਂ ਕੋਈ ਲੈ ਕੇ ਗਿਆ ਤਾਂ ਜਾਂਦੇ ਕੱਪੜੇ ਲਵਾ ਲੈਂਦੇ ਨੇ ਕਿ ਆਹ ਬੜੀ ਸੋਹਣੀ ਪਾਈ ਹੈ, ਸਾਰਾ ਮੈਨੂੰ ਦੇ ਦਿਓ, ਇਹ ਬੜੀ ਵਧੀਆ ਜੇ, ਆ ਮੈਨੂੰ ਜਾਂਦੇ ਆ ਮੈਨੂੰ ਦੇ ਦਿਓ। ਇਹ ਤਾਂ ਤੁਹਾਡੇ ਹਾਲਾਤ ਨੇ। ਜੇ ਤੁਸੀਂ ਇਹੀ ਕੁਛ ਕਰਨਾ, ਮੰਗਤਿਆਂ ਦੀ ਜ਼ਿੰਦਗੀ ਗੁਜ਼ਾਰਨੀ ਆ, ਜੇ ਤੁਸੀਂ ਇਹਦਾ ਗੁਲਾਮੀ ਦੀ ਜ਼ਿੰਦਗੀ ਗੁਜ਼ਾਰਨੀ ਆ, ਤਾਂ ਫਿਰ ਤੇ ਕੁਛ ਨਹੀਂ ਹੋਣਾ। ਹੁਣ ਹਾਲਾਤ ਇਸ ਤੱਕ ਪਹੁੰਚ ਗਏ, ਤੁਹਾਨੂੰ ਬਾਹਰੋਂ ਕਿਸੇ ਪੈਸੇ ਪੂਸੇ ਕੋਈ ਨਹੀਂ ਕਰਨੇ। ਜਿੰਨਾ ਕੰਮੇ ਤੁਸੀਂ ਲੱਗੇ ਹੋ, ਤੁਸੀਂ ਬਾਹਰ ਨਿਕਲਣਾ ਤੇ ਆਪਣੇ ਪੈਰਾਂ ਤੇ ਆਪ ਖਲੋਣਾ। ਮੈਂ ਜ਼ਿੰਦਗੀ 'ਚ ਇੱਕ ਚੀਜ਼ ਸਿੱਖੀ ਹੈ, ਜਿਹੜਾ ਬੰਦਾ ਆਪਣੇ ਪੈਰਾਂ ਤੇ ਖਲੋਂਦਾ ਉਹਦੀ ਹੈਲਪ ਕਰੋ, ਜਿਹੜਾ ਨਹੀਂ ਖਲੋਂਦਾ ਉਹਦੀ ਨਾ ਕਰੋ। ਅਗਰ ਤੁਸੀਂ ਆਪਣੇ ਪੈਰਾਂ ਤੇ ਨਹੀਂ ਖਲੋਣਾ ਤੇ ਤੁਹਾਨੂੰ ਓਵਰਸੀਜ਼ ਹੋ ਗਏ ਤੇ ਭਾਵੇਂ ਇਨਰਸੀਜ਼ ਹੋ ਗਏ, ਕਿਸੇ ਵੀ ਹੈਲਪ ਕੋਈ ਨਹੀਂ ਕਰਨੀ। ਤੁਸੀਂ ਆਪਣੇ ਪੈਰਾਂ ਤੇ ਆਪ ਖਲੋਣਾ, ਆਪਣੀ ਮਦਦ ਆਪ ਕਰਨੀ ਹੈ। ਉੱਥੇ ਬਹਿ ਕੇ ਬਾਹਰੋਂ ਪੈਸੇ ਆ ਜਾਣ ਤੇ ਚੌਧਰੀ ਬਣ ਕੇ ਫਿਰੀ ਜਾਣਾ ਵਾਲਾ ਕੰਮ ਜਿਹੜਾ ਹੁਣ ਨਹੀਂ ਚੱਲਣਾ। ਹੁਣ ਚੱਲੀਆਂ ਨੇ ਗੋਲੀਆਂ, ਹੁਣ ਬੰਦੇ ਮਰੇ ਨੇ, ਹੁਣ ਤੁਸੀਂ ਮਰਵਾਏ ਨੇ, ਤੁਸੀਂ ਕੋਲ ਬਹਿ ਕੇ ਮਰਵਾਏ ਨੇ। ਤੁਹਾਨੂੰ ਉਦੋਂ ਰਾਤ ਨੂੰ ਨਿਕਲਣਾ ਚਾਹੀਦਾ ਸੀ ਕਿ ਸਾਰੇ ਦੇ ਸਾਰੇ ਅਸੀਂ ਬਾਹਰ ਨਿਕਲ ਜੀ, ਇਸਲਾਮਾਬਾਦ ਹਮਲਾ ਹੋ ਗਿਆ, ਅਸੀਂ ਸਾਰੇ ਬਾਹਰ ਆ ਰਹੇ ਹਾਂ। ਤੁਹਾਨੂੰ ਇਹ ਚਾਹੀਦਾ ਸੀ, ਤੁਹਾਨੂੰ ਪੰਜਾਬੀਆਂ ਨੂੰ, ਸਿੰਧੀਆਂ ਨੂੰ, ਹਰ ਇਲਾਕੇ ਦੇ ਜਿਹੜੇ ਹੈ ਸਨ ਲੋਕ ਰਹਿਣਾ, ਉਹਨਾਂ ਨੂੰ ਇਸ ਤਰ੍ਹਾਂ ਚਾਹੀਦਾ ਸੀ। ਤੁਸੀਂ ਦੇਖਦੇ ਵਿੱਚ ਉਹ PTI ਨੇ ਕਾਲ ਆਫ ਕਰ ਦਿੱਤਾ, ਉਹਨਾਂ ਨੇ ਇhtਜਾਜ ਬੰਦ ਕਰਤਾ, ਫਲਾਣਾ ਹੋ ਗਿਆ। ਦੂਜੇ ਦਾ ਪਾ ਦਿਆ ਕਰੋ ਸਾਰੇ ਕੰਮ। ਜਦੋਂ ਤੱਕ ਤੁਸੀਂ ਆਪ ਨਹੀਂ ਨਿਕਲਣਾ, ਜਿਸ ਦਿਨ ਤੱਕ ਤੁਸੀਂ ਆਪਣੀ ਮਦਦ ਆਪ ਨਹੀਂ ਕਰਨੀ, ਕਿਸੇ ਨੇ ਤੁਹਾਡੀ ਮਦਦ ਨਹੀਂ ਜੀ ਕਰਨੀ। ਇਹ ਲਿਖ ਲਓ,
ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਉਹਦੀ ਮਦਦ ਕਰਨਾ ਜਿਹਦੀ ਮਦਦ ਆਪ ਕਰਦੇ। ਤੂੰ ਉੱਠ ਕੇ ਤੁਰਦੇ ਹੋ, ਤੁਰ ਕੇ ਜਾਂਦੇ ਹੋ, ਫਿਰ ਰੱਬ ਦੀ ਮਦਦ ਦੇ ਨਾਲ ਸ਼ਾਮਲ ਹੁੰਦੀ। ਜਿਸ ਕੰਮ ਲਈ ਜਾਂਦੇ ਫਿਰ ਕੰਮ ਹੁੰਦਾ। ਇਹਨਾਂ ਗੱਲਾਂ ਦਾ ਸੋਚੋ ਬਹਿ ਕੇ। ਮੇਰਾ ਪੰਜਾਬੀ 'ਚ ਅੱਜ ਗੱਲ ਕਰਨ ਦਾ ਮਕਸਦ ਹੀ ਪੰਜਾਬੀਆਂ ਦੇ ਨਾਲ ਸੀ ਕਿ ਭਾਜਨ ਇਦਾਂ ਗੱਲ ਨਹੀਂ ਜੀ, ਹੁਣ ਅੱਗੇ ਵਧਣੀ। ਹੁਣ ਜਿਹੜਾ ਕੰਮ ਜਿਹੜਾ ਵੱਧ ਗਿਆ, ਕੰਮ ਬਹੁਤ ਅੱਗੇ ਨਿਕਲ ਗਿਆ। ਔਰ ਉਹਨਾਂ ਬਗੈਰ ਤੋਂ ਦੇਖੋ, ਉਹਨਾਂ ਨੇ ਇਸ ਆਪਰੇਸ਼ਨ ਦਾ ਨਾਮ ਰੱਖਿਆ ਰੈੱਡ ਵਾਟਰ, ਲਾਲ ਪਾਣੀ। ਯਾਨੀ ਤੁਹਾਡਾ ਖੂਨ ਜਿਹੜਾ ਲਾਲ ਪਾਣੀ ਹੈ, ਤੁਹਾਨੂੰ ਦੱਸਣ ਡਏ ਨੇ ਉਹ ਸਾਰਾ, ਤੁਹਾਨੂੰ ਦੱਸਣ ਡਏ ਨੇ ਤੁਹਾਡੀ ਇਸਟੈਬਲਿਸ਼ਮੈਂਟ। ਗੋਹਰ ਸਾਹਿਬ ਤੁਹਾਡੀ ਇਸਟੈਬਲਿਸ਼ਮੈਂਟ, ਤੁਹਾਨੂੰ ਗੋਹਰ ਸਾਹਿਬ ਨੂੰ ਪੰਜਾਬੀ ਨਹੀਂ ਆਉਂਦੀ, ਮੇਰੀ ਕੋਈ ਗੱਲ ਜਾ ਕੇ ਸਮਝਾ ਦੇ। ਕਿ ਇੱਕ ਮੁੰਡਾ ਹੈ ਜੀ ਨਜ਼ਰਬਾਜ਼ ਨਾਂ ਦਾ, ਇੱਕ ਭਾਈ ਹੈਗਾ, ਇੰਗਲੈਂਡ ਰਹਿੰਦਾ, ਤੁਹਾਨੂੰ ਦੱਸਣ ਡਿਆ ਸੀ ਕਿ ਬਗੈਰ ਤੋਂ ਰੈੱਡ ਵਾਟਰ ਦਾ ਮਤਲਬ ਹੈ ਲਾਲ ਪਾਣੀ। ਤੁਹਾਡਾ ਖੂਨ ਲਾਲ ਪਾਣੀ ਕਿਹਾ ਗਿਆ। ਤੁਹਾਨੂੰ ਬਾਰ-ਬਾਰ ਦੱਸਣ ਡਏ ਨੇ, ਤੁਸੀਂ ਇਹਨਾਂ ਕੋ ਆਪਣੀ ਗੁਲਾਮੀ ਚੋਂ ਨਿਕਲਣਾ ਕਿ ਨਹੀਂ ਨਿਕਲਣਾ, ਇਹ ਫੈਸਲਾ ਤੁਸੀਂ ਕਰਨਾ। ਬਾਕੀ ਰਹਿ ਗਈ ਖਾਨ ਸਾਹਿਬ ਦੀ ਗੱਲ, ਤਾਂ ਖਾਨ ਸਾਹਿਬ ਤੇ ਪਹੁੰਚ ਗਏ ਨੇ ਸਰ, ਕਲੰਦਰੀ ਦੇ ਮੁਕਾਮ ਤੇ ਪਹੁੰਚ ਗਏ ਨੇ, ਬਹੁਤ ਅੱਗੇ ਨਿਕਲ ਗਏ ਨੇ ਸਰ। ਖਾਨ ਸਾਹਿਬ ਨੂੰ ਤਾਂ ਛੱਡ ਦਿਓ, ਖਾਨ ਸਾਹਿਬ ਨੂੰ ਤਾਂ ਕਿਤਾਬਾਂ 'ਚ ਲਿਖ ਕੇ ਪੜ੍ਹਾਇਆ ਜਾਏਗਾ, ਦਿਖਾਇਆ ਜਾਏਗਾ ਕਿ ਇੱਕ ਇਨਸਾਨ ਸੀ, ਇਸ ਤਰ੍ਹਾਂ ਉਹਨੇ ਜ਼ਿੰਦਗੀ ਗੁਜ਼ਾਰੀ, ਇੰਨੇ ਉਹਨੇ ਅਚੀਵਮੈਂਟਾਂ ਕੀਤੀਆਂ, ਕੰਮ ਕੀਤੇ, ਤੇ ਮਾਰਿਆ ਕਿਸ ਬਗੈਰਤ ਨੇ? ਆਸਮ ਮੁਨੀਰ ਦੇ ਜਰਨੈਲਾਂ ਨੇ। ਹਿਸਟਰੀ ਹੈ ਦੁਨੀਆ ਦੇ ਵਿੱਚ ਜਰਨੈਲਾਂ ਦੀ, ਪੂਰੀ ਦੁਨੀਆ ਦੀ ਜਰਨੈਲਾਂ ਦੀ ਹਿਸਟਰੀ ਹੈ। ਜਿੱਥੇ ਜਿੱਥੇ ਜਰਨੈਲ ਹੋਇਆ, ਉੱਥੇ ਉੱਥੇ ਗੰਦ ਹੋਇਆ। ਗੱਲ ਲੰਬੀ ਹੋ ਜਾਏਗੀ, ਆਪਣਾ ਬਹੁਤ ਖਿਆਲ ਰੱਖਿएगा। ਉਰਦੂ 'ਚ ਨਿਕਲ ਜਾਏ ਨਾ, ਆਪਣਾ ਬਹੁਤ ਖਿਆਲ ਰੱਖਿएगा। ਗੱਲ ਉਰਦੂ 'ਚ ਨਿਕਲ ਜਾਏ, ਆਪਣਾ ਬੜਾ ਖਿਆਲ ਰੱਖਿਆ ਜੀ। अल्लाह हाफिज।